You all are welcome from the Drone Academy channel. So let's start. ਅੱਜ ਆਪਾਂ ਪਹਿਲਾ ਜਿਹੜਾ ਚੈਪਟਰ ਹੈ ਉਹ ਕਰਾਂਗੇ ਆਪਾਂ ਸੰਖਿਆ ਪ੍ਰਣਾਲੀ ਨੰਬਰ ਸਿਸਟਮ। ਸੋ ਇਹ ਨੰਬਰ ਸਿਸਟਮ ਹੁੰਦਾ ਕੀ ਹੈ, ਕੀ ਸੰਖਿਆਵਾਂ ਨੇ। ਆਪਾਂ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਕੁਝ ਵੀ ਦੇਖਦੇ ਹਾਂ, ਜਿਵੇਂ 1 2 3 4 ਕੁਝ ਇਹਦੇ ਤੋਂ ਇਲਾਵਾ ਵੀ ਹੋਰ ਵੀ ਬਹੁਤ ਕੁਝ ਹੁੰਦਾ, ਉਹ ਆਪਾਂ ਡੀਪਲੀ ਜਾਵਾਂਗੇ ਜਿਹਦੇ ਵਿੱਚ ਪੂਰੀ ਸੰਖਿਆਵਾਂ ਜਿਹੜੀਆਂ ਹੁੰਦੀਆਂ ਨੇ ਨੰਬਰ ਸਿਸਟਮ ਨੇ ਉਹ ਪੂਰੇ ਦੇ ਪੂਰੇ ਆਪਾਂ ਇਹਦੇ ਵਿੱਚ ਕਵਰ ਕਰਾਂਗੇ। ਓਕੇ, ਸੋ ਵੀ ਆਰ ਗੋਇੰਗ ਟੂ ਸਟਾਰਟ। ਤੇ ਜਿਵੇਂ ਕਿ ਆਪਾਂ ਤੁਸੀਂ ਦੇਖ ਰਹੇ ਹੋ ਇੱਧਰ ਫਸਟ ਹੈ ਜਿਹੜਾ ਉਹ ਹੈ ਪ੍ਰਕਿਰਤਿਕ ਸੰਖਿਆਵਾਂ, ਨੈਚੁਰਲ ਨੰਬਰਸ। ਨੈਚੁਰਲ ਨੰਬਰਸ ਕੀ ਹੁੰਦੇ ਨੇ? ਜਿਵੇਂ ਆਪਾਂ ਸਪੋਜ਼ ਕਰੋ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਮੇਰੇ ਹੱਥ ਦੇ ਵਿੱਚ ਕੋਈ ਮੈਨੂੰ ਪੁੱਛੇ ਤੇਰੇ ਹੱਥ ਦੇ ਵਿੱਚ ਕੀ ਹੈ ਬਈ, ਐਜ ਯੂ ਨੋ ਮਾਰਕਰਸ ਨੇ। ਕਿੰਨੇ ਨੇ? 1 2 ਮਾਰਕਰਸ ਨੇ। ਕੁਛ ਨਾ ਕੁਛ ਮੇਰੇ ਹੱਥ ਦੇ ਵਿੱਚ ਹੈ ਤਾਂ ਆਪਾਂ ਉਹ ਜਿਹੜਾ ਵੀ ਕੁਛ ਵੀ ਆਪਾਂ ਕਿਤੇ ਵੀ ਦੇਖਦੇ ਹਾਂ ਉਹ ਕਿੰਨਾ ਹੈ ਤਾਂ ਉਹਨਾਂ ਨੂੰ ਆਪਾਂ ਨੈਚੁਰਲ ਨੰਬਰ ਕਹਿੰਦੇ ਆ, ਜਿਹੜੇ ਕਿ ਆਪਣੇ ਸਾਹਮਣੇ ਦਿਖਣ ਦੇ ਵਿੱਚ। ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਜਿਵੇਂ ਕਿ 1 2 3 4 5 ਐਂਡ ਅਪ ਟੂ ਇਨਫਿਨਿਟੀ ਮਤਲਬ ਅਨੰਤ ਤੁਸੀਂ ਕਹਿ ਸਕਦੇ ਹੋ। ਜਦੋਂ ਐਂਡ ਤੱਕ ਆਪਾਂ ਚੱਲਾਂਗੇ ਤਾਂ ਉਹ ਤੇ ਨੈਚੁਰਲ ਨੰਬਰਸ ਨੂੰ ਆਪਾਂ n ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਇਹ ਕਾਫੀ ਟਾਈਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈ ਕਿ ਨੈਚੁਰਲ ਨੰਬਰਸ ਕਿਹੜੇ ਹੁੰਦੇ ਨੇ। ਠੀਕ ਹੈ, ਤਾਂ ਇਹ ਆ ਗਏ ਆਪਣੇ ਨੈਚੁਰਲ ਨੰਬਰਸ ਹੋ ਗਏ। ਹੁਣ ਆਪਾਂ ਜਿਵੇਂ ਅੱਗੇ ਮੂਵ ਕਰਦੇ ਹਾਂ ਤਾਂ ਸੈਕੰਡ ਹੈ ਪੂਰਨ ਸੰਖਿਆਵਾਂ, ਹੋਲ ਨੰਬਰਸ। ਸਪੋਜ਼ ਕਰੋ ਮੈਂ ਤੁਹਾਨੂੰ ਇਹ ਚੀਜ਼ ਨੂੰ ਇੱਕ ਇਹਦੇ ਨਾਲ ਡਿਨੋਟ ਕਰਕੇ ਦੱਸਦਾ। ਮੈਂ ਇੱਕ ਲਾਈਨ ਦੇ ਉੱਪਰ ਇੱਕ ਗ੍ਰਾਫ ਬਣਾਉਂਗਾ ਮੈਂ। ਇਹ ਆ ਦੇਖੋ, ਸਪੋਜ਼ ਕਰ ਇਹ ਜਿਹੜਾ ਪੁਆਇੰਟ ਹੈ ਇਹ 0 ਹੈ। ਠੀਕ ਹੈ, ਹੁਣ ਇਸ ਲਾਈਨ ਦੇ ਉੱਪਰ ਜਿਵੇਂ ਆਪਾਂ ਉੱਪਰ ਨੂੰ ਵਧਦੇ ਹਾਂ, ਦੇਖੋ 1 2 3 4 5। ਠੀਕ ਹੈ, ਹੁਣ ਜਿਵੇਂ ਆਪਾਂ ਇਧਰੋਂ 0 ਤੋਂ ਆਪਾਂ ਉੱਪਰ ਨੂੰ ਚੱਲੇ। ਠੀਕ ਹੈ, ਇਹ ਆਪਾਂ ਨੂੰ ਜਿਵੇਂ ਆਪਾਂ ਉੱਪਰ ਤੱਕ ਜਾਂਦੇ ਰਵਾਂਗੇ, ਠੀਕ ਹੈ, ਇਹ ਆਪਾਂ ਨੂੰ ਨੈਚੁਰਲ ਨੰਬਰਸ ਮਿਲਦੇ ਰਹਿਣਗੇ। ਇਹਨਾਂ ਸਾਰੇ 0 ਤੋਂ ਆਪਾਂ ਉੱਪਰ ਨੂੰ ਮੂਵ ਕਰਕੇ ਜਦੋਂ ਵੀ ਆਪਾਂ ਚੱਲੇ ਮੈਂ ਸਾਰੇ ਦੇ ਸਾਰੇ ਨੈਚੁਰਲ ਨੰਬਰਸ ਹੋਣਗੇ। ਠੀਕ ਹੈ, ਜਿਵੇਂ ਨੈਚੁਰਲ ਨੰਬਰਸ ਕਹਿ ਲਓ, ਪ੍ਰਕਿਰਤਿਕ ਸੰਖਿਆਵਾਂ ਕਹਿ ਲਓ। ਜਿਵੇਂ ਆਪ ਉੱਪਰ ਨੂੰ ਚੱਲੇ, ਫਿਰ ਆਪਾਂ ਨੇ ਇਧਰੋਂ ਕੀ ਕੀਤਾ, ਟਰਨ ਕੀਤਾ ਵਾਪਸ। ਠੀਕ ਹੈ, ਆਪਾਂ ਨੇ ਅੱਗੇ ਕੀ ਦੇਖਿਆ, ਆਪਾਂ ਨੂੰ ਮਿਲ ਗਿਆ ਕਿਆ, 0। ਜਦੋਂ ਆਪਾਂ ਨੈਚੁਰਲ ਨੰਬਰਸ ਦੇ ਵਿੱਚ 0 ਇੰਕਲੂਡ ਕਰ ਦਾਂਗੇ ਤਾਂ ਉਹਨਾਂ ਨੂੰ ਆਪਾਂ ਕਹਾਂਗੇ ਪੂਰਨ ਸੰਖਿਆਵਾਂ ਜਾਂ ਹੋਲ ਨੰਬਰਸ। ਸਪੋਜ਼ ਕਰੋ ਮੇਰੇ ਜੇ ਕਿਸੇ ਨੇ ਪੁੱਛਿਆ ਇਸ ਹੱਥ ਦੇ ਵਿੱਚ ਕੀ ਹੈ ਬਈ, ਇਸ ਹੱਥ ਦੇ ਵਿੱਚ ਕੁਝ ਨਹੀਂ ਹੈਗਾ, ਤਾਂ ਇਹ ਕਮੀ ਮਹਿਸੂਸ ਹੋਈ ਕਿ ਨਹੀਂ ਯਾਰ ਜੇ ਕੁਝ ਵੀ ਨਹੀਂ ਤਾਂ ਇਹਦਾ ਵੀ ਕੁਝ ਨਾ ਕੁਝ ਹੋਣਾ ਚਾਹੀਦਾ। ਤਾਂ ਉਸ ਟਾਈਮ 0 ਦੀ ਮਹਿਸੂਸ ਹੋਈ, 0 ਦੀ ਕਮੀ। ਤਾਂ ਹੁਣ ਇਹ ਆ ਗਿਆ 0, ਤਾਂ ਇਹ ਬਣ ਗਏ ਆਪਣੇ। ਜਦੋਂ ਆਪਾਂ 0 ਨੂੰ ਇੰਕਲੂਡ ਕਰ ਲਾਂਗੇ ਇਹਦੇ ਵਿੱਚ, ਇਹ 0 1 2 3 4 ਅੱਗੇ ਜੋ ਵੀ ਹੈ ਇਹਨਾਂ ਜਦੋਂ ਵੀ ਕਰ ਦਾਂਗੇ ਐਂਡ ਤੱਕ ਇਹ ਆਪਣੇ ਬਣ ਜਾਂਦੇ ਨੇ ਪੂਰਨ ਸੰਖਿਆਵਾਂ ਔਰ ਹੋਲ ਨੰਬਰਸ। ਠੀਕ ਹੈ, ਹੋਲ ਨੰਬਰਸ ਨੂੰ ਆਪਾਂ W ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਇਹਨੂੰ W ਨਾਲ ਡਿਨੋਟ ਕਰਦੇ ਹਾਂ। ਜਿੱਥੇ ਵੀ ਤੁਹਾਨੂੰ W ਮਿਲੇਗਾ ਸਮਝ ਲਓ ਕਿ ਇਹ W ਹੈ। W ਜਿਹੜਾ ਹੈਗਾ ਇਹ ਹੋਲ ਨੰਬਰਸ ਜਾਂ ਪੂਰਨ ਸੰਖਿਆਵਾਂ ਨੂੰ ਡਿਨੋਟ ਕਰਨ ਵਾਸਤੇ ਯੂਜ਼ ਕੀਤਾ ਗਿਆ। ਓਕੇ, ਹੁਣ ਆਪਾਂ ਪਹਿਲਾਂ ਉੱਪਰ ਨੂੰ ਗਏ ਸੀ, ਆਪਾਂ ਨੇ ਪ੍ਰਕਿਰਤਿਕ ਸੰਖਿਆਵਾਂ ਜਾਂ ਨੈਚੁਰਲ ਨੰਬਰਸ ਕਲੈਕਟ ਕਰ ਲਏ। ਜਦੋਂ ਆਪਾਂ ਥੱਲੇ ਨੂੰ ਆਏ ਤਾਂ ਆਪਾਂ ਨੇ ਦੇਖਿਆ ਕਿ ਇੱਕ 0 ਮਿਲ ਗਈ ਆਪਾਂ ਨੂੰ ਰਾਹ ਦੇ ਵਿੱਚ। ਜਦੋਂ ਆਪਾਂ ਨੇ 0 ਇੰਕਲੂਡ ਕਰ ਲਈ ਤਾਂ ਇਹ ਆਪਣੇ ਹੋਲ ਨੰਬਰਸ ਜਾਂ ਕੀ ਕਹਿੰਦੇ ਨੇ ਇਹਨੂੰ, ਪੂਰਨ ਸੰਖਿਆਵਾਂ। ਠੀਕ ਹੈ, ਇਹ ਆਪਾਂ ਨੂੰ ਬਣ ਗਿਆ। ਪਰ ਹੁਣ ਆਪਾਂ ਨੂੰ ਮਹਿਸੂਸ ਹੋਇਆ ਕਿ ਆਪਾਂ ਜੇ ਹੁਣ ਹੋਰ ਥੱਲੇ ਨੂੰ ਚੱਲਾਂਗੇ, ਸਪੋਜ਼ ਕਰੋ ਆਪਾਂ ਹੋਰ ਥੱਲੇ ਨੂੰ ਚੱਲਣਾ ਸ਼ੁਰੂ ਹੋ ਗਏ ਤਾਂ ਇੱਧਰ ਆਪਾਂ ਨੂੰ -1 2 3 4 ਤੇ ਥੱਲੇ ਨੂੰ ਜਿੱਦਾਂ ਹੀ ਆਪਾਂ ਜਾਂਦੇ ਜਾਵਾਂਗੇ ਤਾਂ ਆਪਾਂ ਨੂੰ ਮਾਈਨਸ ਨੰਬਰ ਦੇ ਵਿੱਚ ਆਪਾਂ ਨੂੰ ਪੁਆਇੰਟਸ ਮਿਲਨੇ ਸ਼ੁਰੂ ਹੋ ਗਏ। ਤਾਂ ਅਗਰ ਹੁਣ ਦੇਖੋ ਪਹਿਲਾਂ ਪ੍ਰਕਿਰਤਿਕ 0 ਤੋਂ ਆਪਾਂ ਉੱਪਰ ਨੂੰ ਚੱਲੇ, ਇਹ ਪ੍ਰਕਿਰਤਿਕ ਸੰਖਿਆਵਾਂ ਮਿਲੀਆਂ ਆਪਾਂ ਨੂੰ। ਫਿਰ ਆਪਾਂ ਥੱਲੇ ਨੂੰ ਆਏ, ਆਪਾਂ ਨੂੰ 0 ਮਿਲੀ ਤਾਂ ਹੋਲ ਨੰਬਰਸ ਮਿਲੇ, ਪੂਰਨ ਸੰਖਿਆਵਾਂ। ਫਿਰ ਆਪਾਂ ਜਦੋਂ ਇਧਰੋਂ ਥੱਲੇ ਨੂੰ ਆਨੇ ਆ ਤਾਂ ਆਪਾਂ ਨੂੰ ਮਾਈਨਸ ਮਿਲ ਗਏ। ਤਾਂ ਇਹਨਾਂ ਨੂੰ ਕਹਿੰਦੇ ਆਪਾਂ ਇੰਟੀਜਰਸ। ਠੀਕ ਹੈ, ਇੰਟੀਜਰਸ ਸੰਪੂਰਨ ਸੰਖਿਆਵਾਂ। ਇਹ ਹੋ ਗਈਆਂ ਹੁਣ ਆਪਣੀਆਂ ਸੰਪੂਰਨ ਸੰਖਿਆਵਾਂ ਜਿਹਦੇ ਵਿੱਚ ਆਪਾਂ ਤੁਸੀਂ ਦੇਖਦੇ ਹੋ। ਠੀਕ ਹੈ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਵੇਂ ਆਪਾਂ ਨੇ -5 -4 -3 -2 -1 0 1 2 3 4 ਇਹ ਜਿਹੜੇ ਹੈਗੇ ਨੇ अनंत तक जिन्ने भी है ये अपने आ गए इंटीजर्स आ गए। हुण आपां इंटीजर्स नूं डिनोट करदे नाल करदे हां, इस नूं आपां
Z ਨਾਲ ਕਰਦੇ ਹਾਂ। ਠੀਕ ਹੈ, ਹੁਣ ਤੁਸੀਂ ਸੋਚੋਗੇ ਕਿ ਨੈਚੁਰਲ ਨੰਬਰ ਸੀ ਤਾਂ ਆਪਾਂ n ਨਾਲ ਕੈਪੀਟਲ ਲੈਟਰ A ਯੂਜ਼ ਕਰ ਲੈਂਦੇ ਸੀ। ਹੁਣ ਹੋਲ ਨੰਬਰਸ ਨੇ ਜਿਹੜੇ ਉਹਦਾ W ਯੂਜ਼ ਕਰ ਲੈਂਦੇ ਸੀ। ਹੁਣ ਇੰਟੀਜਰਸ ਦਾ ਆਪਾਂ I ਕਿਉਂ ਯੂਜ਼ ਕਰਦੇ, Z ਕਿਉਂ ਕਰਦੇ ਆਪਾਂ ਨੇ। ਹੁਣ ਇਹ ਵੀ ਕਾਫੀ ਵਾਰ ਕੁਐਸਚਨ ਆ ਜਾਂਦਾ ਐਗਜ਼ਾਮ ਦੇ ਵਿੱਚ, ਜੇਕਰ ਤੁਸੀਂ ਦੇਖੋਗੇ ਇਹ ਜਿਹੜਾ Z ਹੈ ਨਾ, ਇਹ ਜਰਮਨ ਵਰਡ ਤੋਂ ਲਿਆ ਗਿਆ ਹੈ। ਜਰਮਨ ਵਰਡ ਹੈ ਜਿਹੜਾ ਇੱਕ ਜੈਲਨ, ਠੀਕ ਹੈ, ਇਹ ਜਿਹੜਾ ਵਰਡ ਹੈ ਜੈਲਨ, ਇਹ ਸ਼ਬਦ ਤੋਂ ਲਿਆ ਗਿਆ ਹੈ Z। ਜੈਲਨ ਦਾ ਮਤਲਬ ਜਰਮਨ ਦੇ ਵਿੱਚ ਜੇ ਤੁਸੀਂ ਦੇਖੋਗੇ ਇਹਦਾ ਮਤਲਬ ਹੈ ਸੰਖਿਆਵਾਂ ਹੁੰਦੀਆਂ ਨੇ, ਗਿਣਤੀ ਹੁੰਦੀ ਹੈ। ਠੀਕ ਹੈ, ਜਿਵੇਂ ਇਹਦਾ ਮਤਲਬ ਹੋ ਗਿਆ ਗਿਣਤੀ ਜੈਲਨ ਦਾ। ਜੇ ਤੁਸੀਂ ਸਿੰਗਲ ਵਰਡ ਇੱਕ ਜਹਿਲ ਹੈ, ਠੀਕ ਹੈ, ਇਹਦਾ ਹੋ ਤਾਂ ਇਹਦਾ ਮਤਲਬ ਹੋ ਜਾਏਗਾ ਸੰਖਿਆ। ਠੀਕ ਹੈ, ਇਹਦਾ ਮਤਲਬ ਹੋ ਗਿਆ ਗਿਣਤੀ ਤੇ ਇਹਦਾ ਮਤਲਬ ਹੋ ਗਿਆ ਸੰਖਿਆ। ਸੋ ਇਹ ਵਰਡ ਯਾਦ ਰੱਖਣਾ ਕਿ Z ਦਾ ਫੁੱਲ ਨੇਮ ਕੀ ਹੈ ਤੇ ਇਹ Z ਕਿੱਧਰੋਂ ਲਿਆ ਗਿਆ, ਇਹ ਵੀ ਕਾਫੀ ਵਾਰ ਕੁਐਸਚਨ ਦੇ ਵਿੱਚ ਆ ਜਾਂਦਾ ਹੈ। ਸੋ ਹੁਣ ਜੇ ਤੁਸੀਂ ਦੇਖਦੇ ਹੋ ਆਪਾਂ ਨੇ ਨੈਚੁਰਲ ਨੰਬਰਸ ਕਰ ਲਏ, ਠੀਕ ਹੈ, ਹੋਲ ਨੰਬਰਸ ਕਰ ਲਏ, ਠੀਕ ਹੈ, ਫਿਰ ਹੁਣ ਇੰਟੀਜਰਸ ਕਰ ਲਏ, ਸੰਪੂਰਨ ਸੰਖਿਆਵਾਂ। ਇੱਧਰ ਤੱਕ ਜੇ ਤੁਸੀਂ ਦੇਖੋਗੇ ਪਹਿਲਾਂ ਇਹਦੇ ਤੋਂ ਅਬਵ ਨੇ ਜਿਹੜੇ ਨੈਚੁਰਲ ਨੰਬਰ ਨੇ, ਇਹਦੇ ਤੋਂ ਜਿਹੜੇ ਅਬਵ ਆ ਜਾਂਦੇ ਨੇ ਉਹ ਆ ਜਾਂਦੇ ਨੇ ਆਪਣੇ ਹੋਲ ਨੰਬਰਸ ਯਾਨੀ ਕਿ ਪੂਰਨ ਸੰਖਿਆਵਾਂ, ਪ੍ਰਕਿਰਤਿਕ ਸੰਖਿਆਵਾਂ। ਜੇ ਤੁਸੀਂ ਇਹ ਸਾਰੇ ਦੀ ਸਾਰੀ ਸੰਖਿਆਵਾਂ ਨੂੰ ਜੇ ਤੁਸੀਂ ਦੇਖਦੇ ਹੋ ਤਾਂ ਇਹ ਆਪਣੇ ਬਣ ਜਾਂਦੇ ਨੇ ਇੰਟੀਜਰਸ ਯਾਨੀ ਕਿ ਸੰਪੂਰਨ ਸੰਖਿਆਵਾਂ। ਓਕੇ, ਤਾਂ ਇਹਨਾਂ ਨੂੰ ਆਪਾਂ ਕਾਹਦੇ ਨਾਲ ਡਿਨੋਟ ਕਰਦੇ ਆ, Z ਦੇ ਨਾਲ। ਠੀਕ ਹੈ, ਹੁਣ ਜੇ ਤੁਸੀਂ ਦੇਖਦੇ ਹੋ ਕਿ ਠੀਕ ਹੈ ਚਲੋ ਬਈ ਇਹ ਆਪਾਂ ਨੇ ਦੇਖ ਲਏ, ਠੀਕ ਹੈ, ਇਹ ਹੋ ਗਿਆ ਕਿ ਇਹਨਾਂ ਤੋਂ ਇਲਾਵਾ ਵੀ ਸੰਖਿਆਵਾਂ ਹੁੰਦੀਆਂ ਨੇ। ਤੁਹਾਡੇ ਦਿਮਾਗ ਨੂੰ ਥੋੜਾ ਘੁਮਾਓ ਆਪਣੇ ਵਿੱਚ ਕਿ ਠੀਕ ਹੈ ਇਹ ਸੰਖਿਆਵਾਂ ਨੇ, ਮਾਈਨਸ ਦੇ ਵਿੱਚ ਵੀ ਹੋ ਗਿਆ, ਜ਼ੀਰੋ ਵੀ ਹੋ ਗਿਆ, ਆਪਣੇ ਅੱਗੇ ਦੇਖੋਗੇ ਤੁਸੀਂ ਪਲੱਸ ਸੰਖਿਆਵਾਂ ਵੀ ਹੋ ਗਈਆਂ। ਪਰ ਕੀ ਤੁਸੀਂ ਇਹ ਦੇਖਦੇ ਹੋ ਕਿ ਇਹਨਾਂ ਤੋਂ ਇਲਾਵਾ ਵੀ ਸੰਖਿਆਵਾਂ ਹੁੰਦੀਆਂ ਨੇ? ਜੇ ਇਹਨਾਂ ਤੋਂ ਅਲੱਗ ਸੰਖਿਆਵਾਂ ਜੇ ਤੁਸੀਂ ਦੇਖਣਾ ਚਾਹੋਗੇ ਤਾਂ ਉਹ ਜੇ ਤੁਸੀਂ ਦੇਖੋਗੇ, ਸਪੋਜ਼ ਕਰੋ ਆਪਾਂ 0 ਤੋਂ ਚੱਲੇ, ਇੱਕ ਆਹ ਪੁਆਇੰਟ ਲੈ ਲੈਂਦੇ ਆ, ਇੱਥੇ ਵੀ ਕੋਈ ਨਾ ਕੋਈ ਤਾਂ ਸੰਖਿਆ ਹੋਏਗੀ ਕਿਉਂਕਿ ਜਿਹੜੀ ਲਾਈਨ ਹੈ ਪੂਰੀ ਦੇ ਵਿੱਚ ਸੰਖਿਆ ਹੁੰਦੀ ਹੀ ਹੁੰਦੀ ਹੈ। ਕਿਤੇ ਨਾ ਕਿਤੇ ਵੀ ਤੁਸੀਂ ਜਾਓਗੇ ਤਾਂ ਉਹ ਸੰਖਿਆ ਹੋਵੇਗੀ। ਸਪੋਜ਼ ਕਰੋ ਇਹਨਾਂ ਦੋਵਾਂ ਦੇ ਇਹ ਮਿਡ ਹੈ ਤਾਂ ਇਹਦੇ ਕੀ ਹੋਏਗਾ, 0.5 ਹੋਏਗਾ ਯਾਨੀ ਕਿ 1/2। ਠੀਕ ਹੈ ਨਾ, ਜਿਹੜਾ ਵੀ ਪੁਆਇੰਟ ਹੈ ਸਪੋਜ਼ ਕਰੋ 1/2 ਹੋਵੇਗਾ ਇੱਧਰ। ਜੇ 1/2 ਹੋਏਗਾ ਤਾਂ ਇਹਨਾਂ ਨੂੰ ਆਪਾਂ ਇਹ ਵੀ ਸੰਖਿਆਵਾਂ ਹੀ ਨੇ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਬਈ, ਇਧਰ ਨੰਬਰ ਆਫ ਸੰਖਿਆਵਾਂ। ਜਿਵੇਂ ਇੱਕ ਪੁਆਇੰਟ ਇੱਥੇ ਹੋਏਗਾ, ਇੱਥੇ ਵੀ ਹੋਏਗਾ, ਇੱਥੇ ਵੀ ਹੋਏਗਾ, ਥਾਂ ਤੇ ਇੱਧਰ ਵੀ ਹੋਏਗਾ, ਇੱਧਰ ਵੀ ਹੋਏਗਾ, ਤਾਂ ਇਹਨਾਂ ਸੰਖਿਆਵਾਂ ਨੂੰ ਆਪਾਂ ਕੀ ਕਹਾਂਗੇ, ਇਹਨਾਂ ਸੰਖਿਆਵਾਂ ਨੂੰ ਆਪਾਂ ਕਹਿੰਦੇ ਆ ਪ੍ਰੀਮੇਯ ਸੰਖਿਆ। ਸੋ ਸਟੂਡੈਂਟਸ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੁਣ ਆਪਾਂ ਨੇ ਪਹਿਲਾਂ ਕੀ ਕੀਤਾ ਸੀ, ਨੈਚੁਰਲ ਨੰਬਰਸ। ਠੀਕ ਹੈ, ਨੈਚੁਰਲ ਨੰਬਰਸ 1 to ਓਨਲੀ ਪੋਜ਼ਿਟਿਵ ਇੰਟੀਜਰਸ। ਠੀਕ ਹੈ, ਜਦੋਂ ਨੈਚੁਰਲ ਨੰਬਰ ਤੋਂ ਬਾਅਦ ਫਿਰ ਆਪਾਂ ਨੇ ਕੀਤਾ ਹੋਲ ਨੰਬਰਸ। ਹੋਲ ਨੰਬਰਸ ਮਤਲਬ ਪੂਰਨ ਸੰਖਿਆਵਾਂ। ਜਦੋਂ ਆਪਾਂ ਨੈਚੁਰਲ ਨੰਬਰ ਦੇ ਵਿੱਚ 0 ਇੰਕਲੂਡ ਕਰਾਂਗੇ ਤਾਂ ਪੂਰਨ ਸੰਖਿਆਵਾਂ ਹੋ ਗਈਆਂ। ਉਸ ਤੋਂ ਬਾਅਦ ਜਦੋਂ ਤੁਸੀਂ ਹੋਰ ਥੋੜਾ ਜਿਹਾ ਅੱਗੇ ਵਧੋ, ਨੈਗੇਟਿਵ ਨੰਬਰਸ ਜਦੋਂ ਅਸੀਂ ਆ ਜਾਂਦੇ ਆ ਤਾਂ ਇਹਨਾਂ ਨੂੰ ਆਪਾਂ ਕਹਿੰਦੇ ਆ ਇੰਟੀਜਰਸ ਔਰ ਸੰਪੂਰਨ ਸੰਖਿਆਵਾਂ। ਤਾਂ ਇਹ ਹੋ ਗਿਆ ਆਪਣੀਆਂ ਸੰਖਿਆ ਪ੍ਰਣਾਲੀ। ਇਹਦੇ ਤੋਂ ਇਲਾਵਾ ਹੁਣ ਆਪਾਂ ਥੋੜਾ ਜਿਹਾ ਹੋਰ ਅੱਗੇ ਵਧਦੇ ਆ। ਇੱਕ ਹੁੰਦੀ ਹੈ ਇਹਦੇ ਤੋਂ ਅੱਗੇ, ਜੇ ਤੁਸੀਂ ਦੇਖੋਗੇ ਕਿ ਇੱਕ ਲਾਈਨ ਦੇ ਉੱਪਰ ਹੋਰ ਵੀ ਇਹਦੇ ਤੋਂ ਇਲਾਵਾ ਕੁਝ ਹੋ ਸਕਦਾ ਹੈ। ਹਾਂ, ਜ਼ਰੂਰ ਹੋ ਸਕਦਾ ਜੇ ਤੁਸੀਂ ਦਿਮਾਗ ਨੂੰ ਫਿਰਾਓਗੇ। ਹੁਣ ਦੇਖੋ ਇਹ ਤਾਂ ਹੋ ਗਏ ਪੂਰਨ ਸੰਖਿਆਵਾਂ। ਠੀਕ ਹੈ, ਨੈਚੁਰਲ ਨੰਬਰ, ਸੰਪੂਰਨ, ਇਹ ਤਾਂ ਪੂਰੇ ਦੇ ਪੂਰੇ ਸੰਪੂਰਨ ਸੰਖਿਆਵਾਂ ਹੋ ਗਈਆਂ। ਠੀਕ ਹੈ, ਜਿਨ੍ਹਾਂ ਨੂੰ ਅਸੀਂ Z ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਔਰ ਇੰਟੀਜਰਸ ਕਹਿ ਲਓ। ਜਦੋਂ ਪਰ ਆਪਾਂ ਸਪੋਜ਼ ਕਰੋ ਇੱਕ ਪੁਆਇੰਟ ਆਪਣੇ ਕੋਲ ਇੱਥੇ ਵੀ ਹੋ ਸਕਦਾ, ਕੋਈ ਨਾ ਕੋਈ ਇੱਥੇ ਵੀ ਹੋ ਸਕਦਾ, ਇੱਥੇ ਵੀ ਹੋ ਸਕਦਾ, ਜਾਂ ਇਹਨਾਂ ਦੇ ਵਿਚਕਾਰ ਵੀ ਕੋਈ ਨਾ ਕੋਈ ਹੋ ਸਕਦਾ, ਤਾਂ ਉਹਨਾਂ ਨੂੰ ਵੀ ਤਾਂ ਆਪਾਂ ਡਿਨੋਟ ਕਰਾਂਗੇ ਕਿਸੇ ਨਾ ਕਿਸੇ ਥਾਂ ਤੇ। ਤਾਂ ਇਹ ਤਾਂ ਹੈ ਨਹੀਂ ਕਿ ਲਾਈਨ ਦੇ ਆਪਾਂ ਨੇ ਪੂਰੇ ਜਿੰਨੇ ਵੀ ਅੰਕ ਹੈਗੇ ਨੇ ਉਹਨਾਂ ਸਾਰੇ ਦੇ ਸਾਰੇ ਆਪਾਂ ਨੇ ਲਾਈਨ ਦੇ ਉੱਪਰ ਰਿਪਰੈਜ਼ੈਂਟ ਕਰਤੇ ਨੇ। ਅਨੰਤ ਜਾਂ ਇਨਫਿਨਿਟੀ ਨੰਬਰਸ ਆਫ ਹੈਗੇ ਨੇ ਜਿਹੜੇ ਹਜੇ ਵੀ ਰਹਿ ਗਏ ਨੇ ਇਹਨਾਂ ਉੱਪਰ। ਸੋ ਹੁਣ ਆਪਾਂ ਇਹਨਾਂ ਹੀ ਨੰਬਰਾਂ ਨੂੰ ਫਾਈਂਡ ਆਊਟ ਕਰਾਂਗੇ ਜਿਨ੍ਹਾਂ ਨੂੰ ਅਸੀਂ ਪ੍ਰੀਮੇਯ ਸੰਖਿਆਵਾਂ ਕਹਿੰਦੇ ਆ। ਓਕੇ, ਸੋ ਜਿਵੇਂ ਪ੍ਰੀਮੇਯ ਸੰਖਿਆ ਸਪੋਜ਼ ਕਰੋ ਆਪਾਂ ਇਹ ਲੈਂਦੇ ਆ, ਇਹ ਪੁਆਇੰਟ ਸਪੋਜ਼ 0 ਤੇ 1 ਦੇ ਵਿੱਚ ਮਿਡ ਦੇ ਵਿੱਚ ਹੈ, ਤਾਂ ਇਹਨੂੰ ਆਪਾਂ ਕਿਵੇਂ ਲਿਖਾਂਗੇ, 1/2। ਠੀਕ ਹੈ, ਔਰ ਰੈਸ਼ਨਲ ਨੰਬਰ ਜਾਂ ਪ੍ਰੀਮੇਯ ਸੰਖਿਆ ਜਿਹੜੀ ਹੈਗੀਆਂ ਨੇ ਉਹਨੂੰ ਆਪਾਂ 1/2 ਦੇ ਵਿੱਚ ਡਿਨੋਟ ਕਰਦੇ ਆ। ਹੁਣ ਜੇ ਆਪਾਂ ਇਹਦੀ ਪਰਿਭਾਸ਼ਾ ਦੇ ਉੱਪਰ ਜਾਵਾਂਗੇ, ਇਹਦੀ ਡੈਫੀਨੇਸ਼ਨ ਕੀ ਹੋਵੇਗੀ, ਤਾਂ ਉਹ ਇਹਨਾਂ ਦੀ ਸੰਖਿਆ R ਮਤਲਬ ਰੇਸ਼ੋ ਤੋਂ ਲਿਆ ਗਿਆ ਹੈ। ਜਿਹੜਾ R ਇਜ਼ ਅ ਵਰਡ ਵਿਚ ਇਜ਼ ਟੇਕਨ ਫਰਮ ਦਾ ਰੇਸ਼ੋ। ਠੀਕ ਹੈ, ਜਦੋਂ ਆਪਾਂ ਰੇਸ਼ੋ ਸੰਖਿਆ R ਨੂੰ ਪ੍ਰੀਮੇਯ ਸੰਖਿਆ ਕਿਹਾ ਜਾਵੇਗਾ ਜੇ ਇਸ ਨੂੰ P/Q, ਓਕੇ, P/Q ਦੇ ਰੂਪ ਵਿੱਚ ਲਿਖਿਆ ਜਾਂਦਾ ਹੈ, ਜਿੱਥੇ P ਅਤੇ Q ਸੰਪੂਰਨ ਸੰਖਿਆਵਾਂ ਨੇ। ਸੰਪੂਰਨ ਮੀਨਸ ਇਟ ਮੇ ਬੀ ਨੈਗੇਟਿਵ, ਪੋਜ਼ਿਟਿਵ, ਇਹ ਪੂਰੇ ਜਿਹੜੀ ਵੀ ਸੰਖਿਆ ਹੋਣਗੇ।
ਹਨ, परंतु Q शुड नॉट बी 0। क्यों? ਜਿਹੜਾ डिनोमीनेटर है या हर है, जिवें आपां इहनूं न्यूमीरेटर कहंदे आ ते इहनूं डिनोमीनेटर कहंदे आ, अंश कह लो पंजाबी दे विच, अंश या हर है जिहड़ा, इहनूं आपां जदों कहंदे आ तां Q शुड नॉट बी 0, परंतु Q इक्वल टू 0 नहीं होना चाहिए। ठीक है, तो फिर आपां इन्हां नूं होना चाहिए, तो फिर आपां इन्हां नूं कहांगे कि यह परिमेय संख्यावां ने। सो हुण आपां ने कोई भी संख्या देखनी है कि ये परिमेय संख्या है, तो हुण सपोज करो आपां कुछ इधर लिखते हैं 1/2 25/50 या 10/20 5/10। सो की ये परिमेय संख्या हैगी ने? चेक करो अपना अपने दिमाग दे विच ए हैगी ने। पर जे आपां देखिया जाए 25 नूं ए भी 1/2 है, ए भी 1/2 है, या फिर ए भी 1/2 है, तो एक ही संख्यावां हो गई। तो आप इन्हां सारी संख्यावां नूं की रैशनल नंबर और परिमेय संख्या कह सकते हैं? नहीं। एक कंडीशन होर है, जदों आपां किसी भी संख्या नूं लिखते हैं, सपोज करो 1/2, ठीक है, यह संख्यावां दोनों दी दोनों सह अभाज होनी चाहिए ने। मतलब कहने का मतलब है ये एक दूजे नूं डिवाइड नहीं करदियां होणगीआं, जिवें 25/50 है, तो यह सह अभाज नहीं है, ये सह भाज है, इन्हां नूं कट सकते हैं आपां। सो कहने का मतलब वो जिन्हां दा गुणनखंड सिर्फ एक होवे, ठीक है, एक दूसरे नाल ना कटदियां होण, जिवें 1/2 3/2 5/4, ठीक है। जो इस टाइप की संख्यावां ने उन्होंने ही आपां परिमेय संख्यावां या रैशनल नंबर्स कहांगे, ठीक है। तो हुण आपां जिहड़े रैशनल नंबर्स ने उन्होंने काहदे नाल डिनोट करदे हां? परिमेय संख्यावां जिहड़ियां हैगियां ने रैशनल नंबर्स, उन्होंने आपां क्यू नाल डिनोट करदे हां। क्यू स्टैंड्स फॉर कोशेंट, ओके, क्यू स्टैंड्स फॉर कोशेंट। सो आपां इन्हां नूं क्यू नाल डिनोट करदे हां, तां इह हो गईयां अपणियां परिमेय संख्यावां। हुण इन्हां तों थोड़ा जिहा होर अगे वधदे आपां। परिमेय संख्यावां नूं हुण आपां जाण गए हां, क्योंकि इन्हां दा जिहड़ा है कि जदों आपां कोई भी परिमेय संख्या हुंदी है, तां इह कट के जिहड़ा फाइनल आ जांदा, जिन्हों आपां नहीं कट सकते कोई भी संख्या, तां उहनूं आपां परिमेय संख्यावां कहदे हां, ठीक है। हुण अपने कोल थोड़ा जिहा आपां इहदा एक्सटेंस हैगी है। सपोज कर कोई भी संख्या आर है, जिवें कि मैं तुहानूं पहलां दस चुकिया आर है, इहनूं P/Q दी फॉर्म दे विच होनी चाहिदियां ने, ठीक है। कोई भी संख्या सपोज आर है, उन्होंने P/Q दी फॉर्म च अगर आप लिख सकते हैं, या जिहड़ा Q है शुड नॉट बी इक्वल टू 0, तो यह संख्या परिमेय संख्यावां हुंदियां ने। एक ये है कोई भी किसी भी यह दोवें संख्यावां जिहड़े P ते Q ने, ये सिर्फ एक दा गुणनखंड हुंदियां ने, इस तो इलावा एक दा गुणनखंड हुंदियां ने, इस तो इलावा यह नहीं हुंदियां, यानी कि सह अभाज संख्यावां हुंदियां ने, जिन्हां नूं आपां को प्राइम नंबर्स भी कहंदे हां, ठीक है। यह सिर्फ एक दे गुणनखंड दे विच हुंदियां ने, जिवें 1/2 है, यह सिर्फ एक दा ही गुणनखंड ने, होर किसी नाल यह गुणनखंड नहीं बनांदियां। सपोज रैशनल नंबर, सो हुण कुछ स्टेटमेंट्स ने, हुण आपां इन्हां नूं डिस्कस करांगे इहदे उपर। जिवें तुसीं देखदे हो, नंबर 1 एवरी नैचुरल नंबर इज ए होल नंबर। सो होल नैचुरल नंबर किहड़े ने? एवरी नैचुरल नंबर, जिवें तुसीं देखदे हो ब्लैक जिहड़ा हैगा एवरी नैचुरल नंबर 1 to 5 ये नैचुरल नंबर्स ने, इज ए होल नंबर, ठीक है। होल नंबर्स दे विच किहड़े आ जांदे ने? 0 एक ऐड हो जाती है। यस, ये स्टेटमेंट बिल्कुल आपां राइट कहांगे, क्योंकि नैचुरल नंबर्स दे जिहड़े होल नंबर्स ने, ठीक है, जे ये स्टेटमेंट उल्टी हुंदी कि हरेक पूर्ण संख्या एक प्राकृतिक संख्या है, हरेक पूर्ण संख्या एक प्राकृतिक संख्या है, तो नहीं, ये गलत हो जाता, क्योंकि ये 0 है। पर एवरी नैचुरल जी हरेक प्राकृतिक संख्या एक होल नंबर है। यस, ये आ रहा, सो इस करके ये जी फर्स्ट स्टेटमेंट है ये राइट हो जाएगी। हुण आपां चलदे हां नैक्सट स्टेटमेंट उत्ते। एवरी इंटीजर इज ए होल नंबर, या हरेक संपूर्ण संख्या एक पूर्ण संख्या है। हुण आपां हरेक संपूर्ण संख्या तो यह आ गया, पूरे का पूरा रेड पोर्शन आ गया जिहड़ा, ठीक है। हरेक संपूर्ण संख्या एक पूर्ण संख्या है, पर संपूर्ण संख्या दे विच तां माइनस वाले भी इंटीजर्स आ गए, देखो ये तुसीं देखोगे, ठीक है। इंटीजर्स दे विच तां ये सारा कुछ आ गया। हुण जे माइनस वाले तो इहदे विच आ नहीं सकते जिहड़े हैगे ने पूर्ण संख्यावां दे विच, सो इस करके ये स्टेटमेंट रोंग हो जाएगी, ठीक है। ओके, कमिंग ऑन द नेक्स्ट। एवरी रैशनल नंबर इज ए होल नंबर,
हरेक परिमेय संख्या एक पूर्ण संख्या होती है। सो जी हरेक पूर्ण संख्या है, इस परिमेय संख्या है वो जी हरेक परिमेय संख्या एक पूर्ण संख्या है। हम परिमेय संख्यावां किहड़ी हुंदियां ने 1/2 2/3 या कह लो तुसी -4/5 ये जिहड़ी हैगियां ने ये अपने परिमेय संख्यावां ने। हुण ये परिमेय संख्यावां नूं जे तुसी कहो कि ये होल नंबर्स हुंदे ने, पर होल नंबर्स तां 0 to पॉजिटिव इंटीजर्स हुंदे ने, ठीक है। हुण ये तां माइनस दे विच तां है ही नहीं, इहदे विच या तां ये हुंदा कि हरेक एवरी रैशनल नंबर इज ए इंटीजर नंबर्स। तो ये अपना फिर करैक्ट हो जाता, क्योंकि इंटीजर्स की होंगे ने -1, ठीक है, -1 2 3 4 या 1 2 3 5 ਇਹਦਾ ਆਪਾਂ किसी भी ਜਿਹੜੀ संख्या है कोई भी नंबर्स है जिमें 2 हो गया 4 हो गया, ठीक है, 5 हो गया, ਇਹਨਾਂ ਥੱਲੇ ਆਪਾਂ 1 ਲਿਖ ਸਕਦੇ ਹਾਂ। ਐਵਰੀ ਹੁੰਦਾ ਹੀ ਹੈ 1 ਤਾਂ ਜਿਵੇਂ ਕਿ ਤੁਸੀਂ ਤਾਂ ਇਹ ਸੰਖਿਆ ਆਪਣੀ ਜਿਹੜੀ ਹੈਗੀ ਇਹਨੂੰ ਆਪਾਂ ਪ੍ਰੀਮੇय ਸੰਖਿਆ ਕਹਿ ਸਕਦੇ ਹਾਂ, क्योंकि अकॉर्डिंग टू जी डेफिनेशन आपने परिभाषा दी सी एदी वो यही सी कि आपां इनू P बाई प्रीमेय संख्या नू P बाई Q दी फॉर्म दे विच लिख सकते हैं ते ये Q है जिहड़ी 0 दे इक्वल नहीं होनी चाहिए। ओके स्टूडेंट, तो हुण तुसीं जेकर तुसीं देख रहे हो तो ये फुलफिल कर रही है, तो वह आपां जेकर हरेक प्रीमेय संख्या हरेक प्रीमेय संख्या एक संपूर्ण संख्या हुंदी है तो ये स्टेटमेंट सही हो जाता। परंतु जिहड़ी हुण है हरेक प्रीमेय संख्या हैगी है जिहड़ी ओह पूर्ण संख्या है, इस करके ये स्टेटमेंट हो जाएगी रोंग। सो इनू ध्यान नाल तुसीं इहदा स्क्रीनशॉट ले सकते हो अपने फ्यूचर रेफरेंस वास्ते। पर सब तो पहला ना तुसीं इन्हां नू चंगी तरह पढ़ना है, पर अपने दिमाग नाल सोच के देखना है भी की ये स्टेटमेंट्स रोंग ने ते राइट ने या ये किवें हो सकदे ने। इहनू घुमा घुमू के तुसीं चेक करो ताकि तुहाडे दिमाग दे विच ये सारा सिस्टम बैठ जाए। क्वेश्चन इसे टाइप दे आणगे जदों भी एग्जाम दे विच आणगे। ओके स्टूडेंट, सो ओके नाउ हुण आपां चलदे हां नेक्स्ट रैशनल नंबर्स, यानी कि प्राकृतिक पूर्ण संख्यावां, संपूर्ण संख्यावां ते प्रीमेय संख्यावां। ये सारियां दी सारियां संख्यावां आपां पढ़ चुके हैं कि इहदे तो इलावा भी कुछ नंबर्स हुंदे ने, ठीक है। तो मैं कहूंगा यस इहदे इलावा जिन्हां नूं आपां इरैशनल या आपां इन्हां नूं अपरिमेय संख्यावां कहंदे हैं इन्हां नूं, ठीक है। सो ये अपरिमेय संख्यावां की हुंदियां ने, सो इन्हां बारे आपां डिस्कस कर हुण जा रहे हैं, ठीक है। ये लास्ट टॉपिक है इस जेड़ा संख्या प्रणाली नंबर सिस्टम दा जेड़ा टॉपिक हैगा, ठीक है। जेड़े अपरिमेय संख्यावां आपां इन्हां नूं S नाल डिनोट करदे हां, ठीक है। जेड़ी अपरिमेय संख्यावां हैगियां ने ये की हुंदियां ने, इन्हां दी डेफिनेशन की है ये आपां हुण डिस्कस करांगे इहदे उपर। ओके, सो वेल संख्या S इज डिनोटेड बाय द क्या नाम इरेशनल नंबर्स, ठीक है। इरेशनल नंबर्स नूं ए डिनोट करदियां ने, ठीक है। जिवें संख्या S नूं अपरिमेय संख्या इरेशनल नंबर कहा जाता है जे इसनूं P बाई Q दे रूप विच ना लिखिया जा सकदा होवे, जिथे P अते Q संपूर्ण संख्यावां इंटीजर्स नंबर्स हन अते Q इज नॉट इक्वल टू 0 है। सो इनू आपां स्टेप बाय स्टेप की ये थोड़ी बहुत प्रीमेय संख्यावां वाली डेफिनेशन नाल मिल रही है, आपां कहांगे यस, क्योंकि ये संख्या S संख्या R नूं प्रीमेय संख्यावां कहा जाता है जे इसनूं P बाई Q दे रूप विच लिखिया जा सकदा होवे, ठीक है। वो हो जाएगी प्रीमेय संख्या। या हो गया रैशनल नंबर्स, जिवें आपां रैशनल नंबर लिखांगे, ठीक है। रैशनल दे अगे मतलब इहदा उल्ट ही हो गया ये सारा इरैशनल नंबर अपरिमेय संख्यावां। प्रीमेय संख्यावां अगे एड़ा लग गया तो अपरिमेय संख्यावां हो गईयां, जिन्हां नूं आपां कहांगे जिहड़े रैशनल नंबर्स ने उन्हां तो बिल्कुल उल्ट ने, ठीक है। तो संख्या जिन्हों आपां S नाल स्मॉल s नाल डिनोट करते हैं, ठीक है। संख्या S नूं अपरिमेय संख्या कहा जाता है जे इसनूं P बाई Q दी फॉर्म दे रूप विच ना लिखिया जा सकदा होवे, जिथे P अते Q संपूर्ण संख्यावां हन यानी कि इंटीजर्स हन अते Q इज नॉट इक्वल टू 0 है। जे आपां इन्हां नूं P बाई Q दी फॉर्म दे विच नहीं लिख सकदे तां ये किहड़ी संख्यावां ने, ये किहड़ी हो सकदे ने। सब तो पहला आपां कहांगे पाई ये एक अपरिमेय संख्या है, ठीक है। ये लगभग 1700 ईस्वी दे विच लेंजार्डे एक सी मैथमेटिशियन जिन्हां ने प्रूव करता सी कि हाँ ये पाई जिहड़ी है एक अपरिमेय संख्यावां हुंदियां हन। ते होर आपां जावांगे जिवें √2, ठीक है, √3, ठीक है, √5, ये जिन्नियां भी संख्यावां ने ये सारी दी सारी अपरिमेय संख्यावां हुंदियां ने। हुण आपां इन्हां नूं अपरिमेय ते परिमेय संख्यावां दे विच थोड़ा इन दोवां नूं डिफरेंशिएट करांगे।
ਇਹਨਾਂ ਨੂੰ ਆਪਾਂ ਅੱਗੇ ਅੱਗੇ ਕੀ ਕਹਿ ਸਕਦੇ ਹਾਂ, ਇਹਨਾਂ ਨੂੰ ਦੋਵਾਂ ਸੰਖਿਆਵਾਂ ਦੇ ਵਿੱਚ ਕੀ ਡਿਫਰੈਂਸ ਹੈ ਤੇ ਆਪਾਂ ਕਿਵੇਂ ਇਹਨਾਂ ਨੂੰ ਇੱਕ ਲਾਈਨ ਦੇ ਉੱਪਰ ਡਿਨੋਟ ਕਰ ਸਕਦੇ ਹਾਂ। ਠੀਕ ਹੈ, ਤੇ ਇਹਨਾਂ ਨੂੰ ਕਿਵੇਂ ਆਪਾਂ ਅਲੱਗ-ਅਲੱਗ ਕਰ ਸਕਦੇ ਹਾਂ ਇਹਨਾਂ ਸੰਖਿਆਵਾਂ ਨੂੰ। ਹੁਣ ਆਪਾਂ ਅੱਗੇ ਇਹ ਪੜਾਂਗੇ। ਠੀਕ ਹੈ, ਅਪ੍ਰਿਮੇय ਆਈ ਹੋਪ ਕਿ ਅਪ੍ਰਿਮੇय ਸੰਖਿਆ ਨੇ ਜਿਹੜੀਆਂ ਉਹ ਸਾਰਿਆਂ ਨੂੰ ਪਤਾ ਲੱਗ ਗਈ ਹੋਣਗੀ ਕੀ ਹੁੰਦੀਆਂ ਨੇ। ਸੋ ਹੁਣ ਟੋਟਲ ਹੋ ਗਈਆਂ। ਨੰਬਰ 1 ਜਿਹੜੇ ਆਪਾਂ ਪ੍ਰਕਿਰਤਿਕ ਸੰਖਿਆਵਾਂ ਸੀ ਜਾਂ ਨੈਚੁਰਲ ਨੰਬਰ ਕਹਿ ਲਓ, ਜਿਨ੍ਹਾਂ ਨੂੰ ਆਪਾਂ n ਨਾਲ ਡਿਨੋਟ ਕਰਦੇ ਸੀ। ਫਿਰ ਹੈਗੇ ਸੀ ਹੋਲ ਨੰਬਰਸ ਜਾਂ ਜਿਹਨੂੰ ਕਹਿ ਲਓ ਆਪਾਂ ਪੂਰਨ ਸੰਖਿਆਵਾਂ। ਠੀਕ ਹੈ, ਉਹਦੇ ਤੋਂ ਬਾਅਦ ਆਪਣੇ ਕੋਲ ਆਇਆ ਇੰਟੀਜਰਸ, ਜਿਹਨੂੰ ਆਪਾਂ z ਨਾਲ ਡਿਨੋਟ ਕਰਦੇ ਸੀ। ਤੇ ਆਪਣਾ ਸੰਪੂਰਨ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਇੰਟੀਜਰਸ ਕਹਿੰਦੇ ਆ। q ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਰੈਸ਼ਨਲ ਨੰਬਰਸ ਜਾਂ ਕਹਿ ਲਓ ਪ੍ਰੀਮੇय ਸੰਖਿਆਵਾਂ। ਤੇ ਨੈਕਸਟ ਆ ਗਿਆ s ਸਮਾਲ s, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਅਪ੍ਰਿਮੇय ਸੰਖਿਆਵਾਂ ਜਾਂ ਇਰੈਸ਼ਨਲ ਨੰਬਰਸ। ਸੋ ਓਕੇ, ਸੋ ਹੁਣ ਆਪਾਂ ਅੱਗੇ ਡਿਸਕਸ ਕਰਨ ਜਾ ਰਹੇ ਹਾਂ ਇਰੈਸ਼ਨਲ ਤੇ ਇਰੈਸ਼ਨਲ ਨੰਬਰਸ। ਜਦੋਂ ਆਪਾਂ ਇਰੈਸ਼ਨਲ ਨੰਬਰਸ, ਜਿਹੜੇ ਇਰੈਸ਼ਨਲ ਨੰਬਰ ਨੇ, ਆਪਾਂ ਇਹਨਾਂ ਨੂੰ ਸਮਾਲ s ਨਾਲ ਡਿਨੋਟ ਕਰਦੇ ਆ ਤੇ ਪਲੱਸ ਆਪਾਂ ਇਹ ਕਰ ਲੈਂਦੇ ਆ ਰੈਸ਼ਨਲ ਨੰਬਰਸ। ਠੀਕ ਹੈ, ਜਿਨ੍ਹਾਂ ਨੂੰ ਆਪਾਂ q ਨਾਲ ਡਿਨੋਟ ਕਰਦੇ ਆ। ਇਹਨਾਂ ਦੋਵਾਂ ਜਦੋਂ ਆਪਾਂ ਨੰਬਰਸ ਨੂੰ ਮਿਕਸ ਕਰਦੇ ਆ, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਜਿਸੇ ਰੈਸ਼ਨਲ ਨੰਬਰਸ ਕੀ ਹੁੰਦੇ ਨੇ q, ਜਿਨ੍ਹਾਂ ਨੂੰ ਆਪਾਂ q ਨਾਲ ਡਿਨੋਟ ਕਰਦੇ ਆ ਜੀ। ਹੁਣ ਆ ਗਏ ਇਰੈਸ਼ਨਲ ਨੰਬਰ, ਜਿਨ੍ਹਾਂ ਨੂੰ ਆਪਾਂ ਸਮਾਲ s ਨਾਲ ਡਿਨੋਟ ਕਰਦੇ ਆ। ਤਾਂ ਇਹਨਾਂ ਦੋਵਾਂ ਦੀ ਕੰਬੀਨੇਸ਼ਨ ਜਦੋਂ ਆਪਾਂ ਕਰ ਲਾਂਗੇ, ਦੋਵਾਂ ਨੂੰ ਮਿਲਾ ਲਾਂਗੇ, ਤਾਂ ਆਪਾਂ ਇਹਨਾਂ ਨੂੰ ਇੱਕ ਨਵਾਂ ਨਾਮ ਦਵਾਂਗੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਰੀਅਲ ਨੰਬਰਸ, ਜਾਂ ਤੁਸੀਂ ਕਹਿ ਲਓ ਕਿ ਜਿਹਨੂੰ ਆਪਾਂ r ਨਾਲ ਡਿਨੋਟ ਕਰਦੇ ਆ, ਜਾਂ ਵਾਸਤਵਿਕ ਨੰਬਰਸ ਜਿਹੜੇ ਹੁੰਦੇ ਨੇ। ਠੀਕ ਹੈ, ਹੁਣ ਆਪਾਂ ਅੱਗੇ ਜਿਵੇਂ ਇਹਨਾਂ ਦੋਵਾਂ ਦੇ ਕੰਬੀਨੇਸ਼ਨ ਨੂੰ ਸਮਾਲ s ਜਾਂ q ਹੈ ਜਿਹੜਾ ਰੈਸ਼ਨਲ ਜਾਂ ਇਰੈਸ਼ਨਲ, ਦੋਵਾਂ ਦੇ ਕੰਬੀਨੇਸ਼ਨ ਨੂੰ ਆਪਾਂ ਰੀਅਲ ਨੰਬਰਸ ਕਹਿੰਦੇ ਨਾ, ਜਾਂ ਆਪਾਂ ਇਹਨਾਂ ਨੂੰ ਵਾਸਤਵਿਕ ਸੰਖਿਆਵਾਂ ਕਹਿ ਲਓ। ਇਹਨਾਂ ਨੂੰ ਵਾਸਤਵਿਕ ਸੰਖਿਆਵਾਂ ਆਰ ਰੀਅਲ ਨੰਬਰਸ। ਸੋ ਆਈ ਹੋਪ ਸਟੂਡੈਂਟਸ ਕਿ ਇਹ ਸਾਰਾ ਤੁਹਾਨੂੰ ਜਿਹੜਾ ਹੈ ਚੈਪਟਰ ਹੁਣ ਤੱਕ ਕਲੀਅਰ ਆ ਗਿਆ। ਹੁਣ ਆਪਾਂ ਅੱਗੇ ਜਿਹੜੇ ਪੜਾਂਗੇ, ਹੁਣ ਆਪਾਂ ਇਹਨਾਂ ਦਾ ਦਸ਼ਮਲਵ ਵਿਸਤਾਰ ਜਾਂ ਡੈਸੀਮਲ ਐਕਸਪੈਂਸ਼ਨ ਆਪਾਂ ਇਹਨਾਂ ਦਾ ਅੱਗੇ ਪੜਾਂਗੇ। ਸੋ ਓਕੇ, ਵੀ ਆਰ ਗੋਇੰਗ ਟੂ ਡਿਸਕਸ ਇਹਨਾਂ ਨੂੰ ਦੋਵਾਂ ਨੂੰ, ਪਰਿਮੇय ਤੇ ਅਪਰਿਮੇय ਸੰਖਿਆਵਾਂ ਨੂੰ ਆਪਾਂ ਕਿਵੇਂ ਇੱਕ ਨੰਬਰਸ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਕਿਵੇਂ ਲੱਭ ਸਕਦੇ ਹਾਂ ਕਿ ਪ੍ਰਿਮੇय ਸੰਖਿਆ ਹੈ ਕਿ ਅਪਰਿਮੇय ਸੰਖਿਆ। ਤਾਂ ਇਹ ਸਾਰੀ ਚੀਜ਼ਾਂ ਆਪਾਂ ਨੂੰ ਇਹਨਾਂ ਦੇ ਦਸ਼ਮਲਵ ਵਿਸਤਾਰ ਜਾਂ ਜਿਹੜਾ ਡੈਸੀਮਲ ਐਕਸਪੈਂਸ਼ਨ ਹੈ ਉਹਨਾਂ ਤੋਂ ਪਤਾ ਚੱਲੇਗਾ। ਵਿਸਤਾਰ ਜਾਂ ਡੈਸੀਮਲ ਐਕਸਪੈਂਸ਼ਨ ਦੇ ਥਰੂ ਆਪਾਂ ਪ੍ਰਿਮੇय ਸੰਖਿਆਵਾਂ ਅਪਰਿਮੇय ਸੰਖਿਆਵਾਂ ਦੇ ਵਿੱਚ ਆਪਾਂ ਡਿਫਰੈਂਸ ਕੱਢਾਂਗੇ। ਜਿਵੇਂ ਕਿ ਉਹ ਸੰਖਿਆ ਜਿਸ ਦਾ ਦਸ਼ਮਲਵ ਵਿਸਤਾਰ ਡੈਸੀਮਲ ਐਕਸਪੈਂਸ਼ਨ ਸ਼ਾਂਤ ਜਾਂ ਅਸ਼ਾਂਤ, ਠੀਕ ਹੈ, ਟਰਮੀਨੇਟਿੰਗ ਔਰ ਨॉन ਟਰਮੀਨੇਟਿੰਗ ਰੈਕਰਿੰਗ ਆਵਰਤੀ ਹੁੰਦਾ ਹੈ, ਉਸ ਨੂੰ ਪ੍ਰਿਮੇय ਸੰਖਿਆਵਾਂ ਕਿਹਾ ਜਾਂਦਾ ਹੈ। ਹੁਣ ਟਰਮੀਨੇਟਿੰਗ ਨॉन ਟਰਮੀਨੇਟਿੰਗ ਇਹ ਕੀ ਹੁੰਦਾ ਹੈ? ਸਪੋਜ਼ ਕਰੋ 10/3। ਹੁਣ ਜਦੋਂ ਆਪਾਂ ਇਹਨੂੰ ਡਿਵਾਈਡ ਕਰਾਂਗੇ, ਸਪੋਜ਼ ਕਰੋ ਆਪਾਂ ਇਹਨੂੰ 10 ਨੂੰ, ਠੀਕ ਹੈ, 3 ਨਾਲ ਡਿਵਾਈਡ ਕਰ ਰਹੇ ਹਾਂ। ਓਕੇ, ਤਾਂ ਆਪਾਂ ਇਹ ਆਏਗਾ 3/9 ਬਚ ਗਿਆ 1, 0 ਲਗਾਈ ਇਹਦੇ ਨਾਲ ਆਪਾਂ ਨੇ, ਠੀਕ ਹੈ, ਤਾਂ ਪੁਆਇੰਟ ਲਾ ਕੇ ਫਿਰ 3, ਫਿਰ ਇੱਧਰ ਬਣ ਗਿਆ 9, ਫਿਰ 1, ਤਾਂ ਇਹ ਕਰਦਾ 3 3 3 ਇਦਾਂ ਜਾਂਦਾ, ਇਹ ਇਦਾਂ ਜਾਂਦਾ ਰਹੇਗਾ। ਠੀਕ ਹੈ, ਇਹ ਹੋ ਗਿਆ ਨॉन ਟਰਮੀਨੇਟਿੰਗ ਰੈਕਰਿੰਗ। ਠੀਕ ਹੈ, ਇੱਕ ਤਾਂ ਇਹ ਹੋ ਗਿਆ ਸੰਖਿਆ। ਦੂਜੀ ਸੰਖਿਆ ਆਪਾਂ ਲਵਾਂਗੇ 7/8। ਸਪੋਜ਼ ਇਹਨੂੰ ਆਪਾਂ ਕਰ ਰਹੇ ਹਾਂ, ਠੀਕ ਹੈ, 7/8, ਇਹਨੂੰ ਆਪਾਂ ਇੱਕ 0 ਲਗਾ ਲੈਨੇ ਆ, ਠੀਕ ਹੈ, इधर 8 64, फिर बच गया 6, ठीक है, पॉइंट इथे लग गया सी, ठीक है, फिर बच गया इधर 6 0, इधर आ गया 56, ठीक है, बच गया 4, ਤਾਂ ਇਹ ਹੋ ਗਿਆ A। ਠੀਕ ਹੈ, ਜਿਵੇਂ ਹੁਣ ਇਹ ਆ ਗਿਆ ਰੈਕਰਿੰਗ, ਇਹ ਨॉन ਟਰਮੀਨੇਟਿੰਗ ਨੇ, ਇਹ ਬਿਲਕੁਲ ਨਹੀਂ ਮਤਲਬ ਇਹ ਟਰਮੀਨੇਟ ਹੋਣਗੇ, ਪਰ ਇਹਨਾਂ ਨੂੰ ਆਪਾਂ ਜਿਵੇਂ 3 ਇਹਦੇ ਪੁਆਇੰਟ ਪਰ ਨੰਬਰ ਆਫ 3 ਆ ਜਾਣਗੇ, ਪਰ ਇਹ ਕਦੇ ਵੀ ਟਰਮੀਨੇਟ ਨਹੀਂ ਹੋਣਗੇ, ਚਲੇ ਜਾਣਗੇ। ਪਰ ਇਹ ਨੇ ਆਵਰਤੀ, ਜਿਵੇਂ ਇਹ ਕੰਟੀਨਿਊ ਇਹ ਚੱਲੀ ਜਾਣਗੇ। ਠੀਕ ਹੈ, ਇਹਨਾਂ ਨੂੰ ਆਪਾਂ ਜਿਹੜੇ ਹੈਗੇ ਨੇ, ਇਹਨਾਂ ਨੂੰ ਨॉन ਟਰਮੀਨੇਟਿੰਗ ਰੈਕਰਿੰਗ ਪੁਆਇੰਟਸ ਕਹਿੰਦੇ ਆ। ਸਪੋਜ਼ ਆਪਾਂ ਇਹਨੂੰ 3 ਪੁਆਇੰਟ ਨੂੰ ਆਪਾਂ 3 ਦੇ ਉੱਪਰ ਆ ਬਾਹਰ ਲਿਖ ਕੇ, ਠੀਕ ਹੈ, ਇਹ ਡਿਨੋਟ ਕਰ ਸਕਦੇ ਹਾਂ ਕਿ ਅੱਗੇ ਇਹ ਟਰਮੀਨੇਟ ਨਹੀਂ ਹੋਣਗੇ ਤੇ ਇਹ ਐਜ਼ ਇਟ ਇਜ਼ ਚੱਲੀ ਜਾਣਗੇ, ਅੱਗੇ 3 3 3 3 ਇਹ ਚੱਲੀ ਜਾਣਗੇ। ਹੁਣ ਇਹ ਆ ਗਿਆ 70, ਹੁਣ ਇਹ ਆ ਕੇ ਇੱਥੇ 0 ਵੱਜ ਜਾਂਦੀ ਹੈ,
ਜਿਹਦੇ ਥੱਲੇ 0 ਬਚ ਗਈ ਤਾਂ ਉਸ ਨੂੰ ਆਪਾਂ ਟਰਮੀਨੇਟਿੰਗ ਕਹਾਂਗੇ, ਯਾਨੀ ਕਿ ਇਹ ਸ਼ਾਂਤ ਨੇ, ਇਸ ਦਾ ਦਸ਼ਮਲਵ ਸ਼ਾਂਤ ਹੈ ਤੇ ਇਸ ਦਾ ਦਸ਼ਮਲਵ ਅਸ਼ਾਂਤ ਹੈ। ਤਾਂ ਇਹ ਸੰਖਿਆਵਾਂ ਨੂੰ ਆਪਾਂ ਕਹਾਂਗੇ ਪ੍ਰੀਮੇय ਸੰਖਿਆਵਾਂ। ਹੁਣ ਆਪਾਂ ਗੱਲ ਕਰਦੇ ਹਾਂ ਅਪ੍ਰੀਮੇय ਸੰਖਿਆਵਾਂ ਦੀਆਂ। ठीक है, आई होप कि तुसी ये समझ गए होंगे रैकरिंग नॉन टर्मिनेटिंग है, टर्मिनेटिंग का की मतलब है। ये जेडी संख्या ये नॉन टर्मिनेटिंग है क्योंकि 3 बार लगे कंटिन्यू 3 लगता रहेगा, परंतु ये है ये टर्मिनेटिंग है जिदा 0 0 बच जाता है उन्होंने आपां शांत कहांगे या टर्मिनेटिंग संख्या कहांगे। जिदा 0 नहीं बचता कंटिन्यू चलता रहता है कुछ ना कुछ उन्होंने आपां अणअविरती या नॉन टर्मिनेटिंग रैकरिंग आपां उन्होंने कहांगे। ओके, तो हुण आपां गल करदे हां इरैशनल नंबर्स यानी कि अपरिमेय संख्यावां दीयां। जिवें तुसीं देखदे हो ਉਹ संख्या जिसदा दशमलव विस्तार डेसिमल एक्सपेंशन अशांत अणअविरती नॉन टर्मिनेटिंग, ठीक है, नॉन टर्मिनेटिंग रैकरिंग होवे अपरिमेय संख्यावां या इरैशनल नंबर हुंदा है, उन्हां नूं आपां इरैशनल नंबर कहने हां। ठीक है, सो नॉन टर्मिनेटिंग ये किहड़ियां संख्यावां आ गईयां। सपोज कर आपां एक गल करदे हां, सपोज जिवें आपां ने एक तो हो गया पाई, ठीक है, ये अपरिमेय संख्या है। ठीक है, जे आपां इनू अगे संख्या जिवें पाई है या कोई भी संख्या मान लो 3.123213143 या एक कंटिन्यू इदा कुछ ना कुछ चली जाती है, ना तो रिपीट हो रहा है कुछ भी जिन्हां संख्यावां दे पिछे, मतलब एक कंटिन्यू चेंज होती जा रही है ते इन्हां दा कोई भी एंड नहीं हैगा, ये कंटिन्यू चलती रहिंदियां ने अनंत तक यानी कि इनफिनिटी तक। वो संख्यावां नूं आपां इरैशनल संख्यावां कहंदे हां जिन्हां दा दशमलव विस्तार है जिहड़ा ये बिल्कुल अलग अलग हुंदा है ते कंटिन्यू चलदा ही रहिंदा, इन्हां दा कोई एंड नहीं हुंदा। ये पॉइंट्स ने जिहड़े चेंज हुंदे रहणगे ते लगातार इन्हां दा कोई भी एंड नहीं होएगा। सो जिवें हुण फिर मैं एक बार दोबारा एक्सप्लेन करदा, जिवें रैशनल नंबर ओ ने जिन्हां दा या तां नॉन टर्मिनेटिंग होणगियां, नॉन टर्मिनेटिंग हो सकदियां ने पर रैकरिंग होणगियां, किते ना किते जाके आपां ने एंड दे विच जिवें 3.3 दे उपर बार लगाना पड़ेगा, एक कंटिन्यू रैकरिंग आंदी रहणगियां। ठीक है, ये नॉन टर्मिनेटिंग हो सकदियां ने, ठीक है, पर ये बार दे एक टाइम ये आएगा कि ऊपर आपां बार लगा देंगे तो वही संख्या अगे चलती रहेगी। ठीक है, बार बार वही रिपीट होता रहेगा। पर जी इरैशनल संख्यावां होंदियां ने या इरैशनल नंबर्स हुंदे ने अपरिमेय संख्यावां, इन्हां दे उपर इदां दा कोई भी पॉइंट नहीं आएगा कि सपोज करो इधर 1 2 3 2 है तो अगे शायद फिर 1 2 3 2 आ जाए, फिर 1 2 3, तो यह एक परिमेय संख्या बन जाएगी। परिमेय संख्या के कुछ यूनिवर्सल ट्रूथ्स ने वो हुण आपां लिखदे हां, जिवें जे असीं दो परिमेय संख्या नूं जोड़ीए घटाइए गुणा करिए जां भाग करिए सिफर नूं छड्ड के, इन्हां दे विच सिफर नूं आपां इंक्लूड नहीं करांगे तद भी सानू परिमेय संख्या प्राप्त हुंदी है। सो इत्थे तक जिहड़ी है ये आपां कहांगे जे परिमेय संख्या जिहड़ी हुंदियां ने रैशनल नंबर, जे आपां नूं उहनां नूं घटाइए गुणा करिए भाग करिए या आपां उहनां नूं जोड़िए तो सानू परिमेय संख्या ही प्राप्त होणगियां। ठीक है, हुण अगे वधदे हां, परंतु दो अपरिमेय संख्यावां नूं जोड़ घटाओ भागफल अते गुणनफल करन ते सिट्टा परिमेय जां अपरिमेय कुछ भी हो सकता है। सो इन्हां दे विच एक डिफरेंस आपां ये लभ रहे हां कि जे परिमेय संख्या जिहड़ी हैगी इन्हां नूं मैथमेटिक्स का कुछ भी करिए, प्लस करिए, माइनस करिए, मल्टीप्लाई करिए या डिवाइड करिए तो आपां नूं जो संख्या प्राप्त होगी वो आपां नूं परिमेय या रैशनल नंबर ही मिलणगे। परंतु जे आपां अपरिमेय संख्या नूं भागफल गुणनफल या जोड़ या घटाइए तो आपां नूं संख्या अपरिमेय या परिमेय दोवां विचों कुछ भी मिल सकता है। सो ओके, सो कीप इन माइंड ये वेरी इंपोर्टेंट है। ठीक है, वेरी इंपोर्टेंट चीजां हैगियां ने, इन्हां नूं याद रखो, पेपर दे विच काफी आंदियां ने। ठीक है, नंबर 2 हुण आपां अगे वधदे हां। एक परिमेय संख्या अते अपरिमेय संख्या दा जोड़ अते घटाओ एक अपरिमेय संख्या हुंदा है। जे आपां परिमेय ते अपरिमेय संख्यावां नूं घटाने आ ते जिया जोड़दे आ तां उन्हां दा जिहड़ा रिजल्ट है अपरिमेय संख्या ही हुंदा है। फिर अगे एक अपरिमेय संख्या दे नाल सिफर तो बिना एक परिमेय संख्या दा गुणनफल या भागफल अपरिमेय संख्या हुंदा है। सो इन्हां दोवां गल्लां तो आपां एक चीज आपां ये कढदे हां कि जिहड़ी एक तो अपरिमेय संख्या हो गई, ठीक है, या एक हो गया
परिमेय संख्यावां। ओके, ਤਾਂ ਇਹਨਾਂ ਦੋਵੇਂ ਸੰਖਿਆਵਾਂ ਨੂੰ ਜੇ ਆਪਾਂ ਮਲਟੀਪਲਾਈ ਕਰਦੇ ਆ, ਡਿਵਾਈਡ ਕਰਦੇ ਆ, ਪਲੱਸ ਕਰਦੇ ਆ ਜਾਂ ਮਾਈਨਸ ਕਰਦੇ ਆ, ਤਾਂ ਇਹਨਾਂ ਸੰਖਿਆਵਾਂ ਹੁਣ ਆਪੋਜੀਟ ਹੋ ਰਿਹਾ। अपरिमेय ਤੇ परिमेय ਦੀ ਗੱਲ ਕਰ ਰਹੇ ਆ, ਦੋਵਾਂ ਦੀ ਇੰਕਲੂਡ ਕਰਕੇ। ਜਦੋਂ ਆਪਾਂ ਉਹਨਾਂ ਦੋਵਾਂ ਨੂੰ ਇਕੱਠਾ ਕਰਦੇ ਆ ਤਾਂ ਰਿਜ਼ਲਟ ਆਪਾਂ ਨੂੰ ਸਿਰਫ ਔਰ ਸਿਰਫ अपरिमेय संख्या ही मिलेगा। ओके, सो कीप इन माइंड, ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਕਿਉਂਕਿ ਇਹ क्वेश्चंस ਦੇ ਕਾਫੀ ਵਾਰ ਆਉਂਦੇ ਨੇ। अपरिमेय ਸੰਖਿਆਵਾਂ ਬੱਚੇ ਇਹਨਾਂ ਨੂੰ ਕਈ ਵਾਰ ਦਿਮਾਗ ਦੇ ਵਿੱਚ ਨਹੀਂ ਰੱਖ ਪਾਉਂਦੇ, ਤਾਂ ਇਹਨਾਂ ਨੂੰ ਵੈਰੀ ਕਲੀਅਰ ਹੈ, ਇਹਨੂੰ ਸ਼ਾਰਟਕਟ ਟ੍ਰਿਕਸ ਨੇ, ਇਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਿਓ। ਓਕੇ ਸਟੂਡੈਂਟ, ਸੋ ਹੁਣ ਆਪਾਂ ਕੁਝ ਅੱਗੇ ਵਧ ਰਹੇ ਹਾਂ ਇਹਦੇ ਤੋਂ। ਹੁਣ ਇਹਦੇ ਰੂਲਸ ਨੇ ਜੋ ਪਰਮਾਨੈਂਟ ਰੂਲਸ ਨੇ, ਆਪਾਂ ਯੂਜ਼ ਕਰਦੇ ਹਾਂ ਜਦੋਂ ਇੱਕ ਸੰਖਿਆ ਨੂੰ, ਜਿਹੜੇ ਆਪਣੇ ਨੰਬਰਸ ਨੇ ਉਹਨਾਂ ਨੂੰ ਕਿਸੇ ਦੂਸਰੇ ਨਾਲ ਮਲਟੀਪਲਾਈ ਕਰਦੇ ਆ ਜਾਂ ਪਲੱਸ ਮਾਈਨਸ ਕਰਦੇ ਆ, ਤਾਂ ਉਹਦੇ ਕੁਝ ਰੂਲ ਨੇ, ਕੁਝ ਬਣਾਏ ਹੋਏ ਨੇ, ਯੂਨੀਵਰਸਲ ਟਰੂਥ ਨੇ, ਹੁਣ ਆਪਾਂ ਉਹ ਡਿਸਕਸ ਕਰਾਂਗੇ। ਓਕੇ, ਸੋ ਵੈਲ ਸਟੂਡੈਂਟਸ, ਇਹ ਕੁਝ ਆਪਣੇ ਕੋਲ ਸਰਵ ਸਮਤਾਵਾਂ ਨੇ, ਉਹ ਰੂਲ ਕਹਿ ਲਓ ਜਿਹੜੇ परिमेय ਜਾਂ अपरिमेय ਵਾਸਤੇ ਜੇ ਆਪਾਂ ਨੂੰ ਸੋਲਵ ਕਰਨੀਆਂ ਨੇ ਤਾਂ ਉਹਨਾਂ ਵਾਸਤੇ ਲਾਗੂ ਨੇ। ਸੋ ਇਹ ਕੁਝ ਫਾਰਮੂਲਾਜ਼ ਨੇ, ਇਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖੋ। ਸਪੋਜ਼ ਕਰੋ √a ਤੇ b ਹੈ, ਮੰਨ ਲਓ √ ਆਪਾਂ 2 ਜਾਂ into 3 ਕਰ ਦਿੰਦੇ ਆ ਆਪਣੇ ਨੂੰ, ਤਾਂ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਆ, √2 √3, ਤਾਂ ਇਹ ਵੀ ਸੇਮ ਹੀ ਹੋਏਗਾ। ਤਾਂ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਦੇ ਦਿੰਦਾ, ਕਈ ਵਾਰ ਇਸ ਤਰ੍ਹਾਂ, ਇਹ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਣਾ ਚਾਹੀਦਾ। ਓਕੇ, ਸੋ ਸਟੂਡੈਂਟ ਨਾਓ ਹੈ √a/b ਇਕੁਅਲ ਟੂ √a √b, ਤਾਂ ਸੇਮ ਇਹ ਰੂਲ ਇਧਰ ਹੋ ਜਾਏਗਾ। ਜਿਵੇਂ ਸਪੋਜ਼ ਕਰੋ 2/3 ਹੈ ਤਾਂ √2 by √3, ਤਾਂ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰਕੇ ਵੀ ਲਿਖ ਸਕਦੇ ਹਾਂ। ਓਕੇ, ਸੋ ਨਾਓ ਨੰਬਰ ਕਮਿੰਗ ਔਨ ਨੰਬਰ 3rd, ਸੋ √a plus √b √a minus √b, ਇਹ ਜੇ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਸੰਖਿਆ ਮਿਲਦੀ ਹੈ ਤਾਂ ਆਪਾਂ ਨੂੰ ਸਿੱਧਾ a minus b ਕਰ ਸਕਦੇ ਹਾਂ, ਤਾਂ ਇਹ ਆਪਣਾ ਈਜ਼ੀਲੀ ਸੋਲਵ ਹੋ ਜਾਏਗਾ। ਇਹ ਉਹਦੀ ਟ੍ਰਿਕਸ ਨੇ, ਇਹਨੂੰ ਦਿਮਾਗ ਦੇ ਵਿੱਚ ਰੱਖਣਾ। ਪਰ ਇਹ ਨਹੀਂ ਕਿ ਮੈਂ ਸਿਰਫ ਫਾਰਮੂਲੇ ਦੱਸ ਰਿਹਾ, ਤੁਹਾਨੂੰ ਨੈਕਸਟ ਕਲਾਸ ਦੇ ਵਿੱਚ ਨਾ ਆਪਾਂ ਇਹਨਾਂ ਦੇ ਸੋਲਵ ਕਰਨਾ ਵੀ ਸਿਖਾਵਾਂਗੇ, ਇਹਨਾਂ ਨੂੰ ਆਪਾਂ ਕਿਵੇਂ ਯੂਜ਼ ਕਰਾਂਗੇ ਉਹ ਸਾਰਾ ਕੁਝ ਤੁਹਾਨੂੰ ਦੱਸਿਆ ਜਾਵੇਗਾ। ਸੋ ਨਾਓ ਕਮਿੰਗ ਔਨ ਦਾ ਨੰਬਰ 4th, a plus b √b into a minus √b, ਸੋ ਇਕੁਅਲ ਟੂ a² minus b। ਇਹਨਾਂ ਨੂੰ ਫਾਰਮੂਲਾਸ ਨੂੰ ਤੁਸੀਂ ਯਾਦ ਰੱਖਣਾ ਹੈ ਤੇ ਕਿਵੇਂ ਯੂਜ਼ ਕਰਨਾ ਹੈ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ MCQs ਕਰਾਂਗੇ ਇਸ ਪੂਰੇ ਚੈਪਟਰ ਦੇ, ਜਿਹੜਾ ਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਆਪਾਂ ਨੇ ਕਿਵੇਂ ਕੀ ਕੁਝ ਕਰਨਾ ਹੈ। ਓਕੇ ਸਟੂਡੈਂਟ, ਸੋ ਨਾਓ ਨੰਬਰ 5, √a plus √b √c into √c plus √d equal to √ac plus a √ad plus √bc plus √bd। ਇਹ ਜਿਹੜੇ ਹੈਗੇ ਨੇ ਰੂਲਸ ਨੇ, ਇਹ ਪਰਮਾਨੈਂਟ ਨੇ ਤੇ ਇਹ ਸਾਰੇ ਦੇ ਸਾਰੇ परिमेय ਹੋਲਸ ਕਿ ਕੋਈ ਵੀ ਸੰਖਿਆ ਪ੍ਰਣਾਲੀ ਹੋਵੇ, ਕੋਈ ਵੀ ਨੰਬਰਸ ਹੋਣ, ਆਪਣੇ ਸਾਰਿਆਂ ਦੇ ਉੱਪਰ ਇਹ ਰੂਲ ਲਾਗੂ ਹੁੰਦੇ ਨੇ। ਸੋ ਨਾਓ ਕਮਿੰਗ ਔਨ ਦਾ 6th number, √a plus √b the whole square, so equal to a plus 2 √ab plus b। so all students keep in mind, a very important chapter ਹੈ ਆਪਣੇ ਕੋਲ, ਕਿਉਂਕਿ ਇਹ ਬੇਸਿਕਸ ਨੇ। ਅਗਰ ਇਹ ਆਪਾਂ ਸਹੀ ਤਰੀਕੇ ਨਾਲ ਆਪਣੇ ਦਿਮਾਗ ਦੇ ਵਿੱਚ ਬਿਠਾ ਸਕਦੇ ਆ ਤਾਂ ਆਪਾਂ ਨੂੰ ਮਤਲਬ ਸਾਰਾ ਦੇ ਸਾਰਾ ਜਿਹੜਾ ਚੈਪਟਰ ਸਮਝ ਆ ਜਾਵੇਗਾ। ਹੁਣ ਮੈਂ ਕੁਝ ਨਿਊ ਫਾਰਮੂਲਾਜ਼ ਨੇ, ਜਿਵੇਂ ਆਪਾਂ ਨੂੰ ਐਕਸਪੋਨੈਂਟਸ, ਲਾਜ਼ ਆਫ ਐਕਸਪੋਨੈਂਟ ਨੇ, ਹੁਣ ਉਹ ਦੱਸਣ ਜਾ ਰਿਹਾ ਮੈਂ ਤੁਹਾਨੂੰ। ਤਾਂ ਇਹਦੇ ਤੋਂ ਬਾਅਦ ਆਪਣਾ ਚੈਪਟਰ ਲਗਭਗ ਕੰਪਲੀਟ ਹੋ ਜਾਏਗਾ ਤੇ ਅਗਲੀ ਕਲਾਸ ਦੇ ਵਿੱਚ ਆਪਾਂ ਇਹ MCQs ਕਰਾਂਗੇ ਇਸ ਦੇ ਰਿਲੇਟਡ ਜਿਹੜੇ ਕੁਐਸਚਨ ਆਪਣੇ ਐਗਜ਼ਾਮਸ ਦੇ ਵਿੱਚ ਆਉਂਦੇ ਨੇ। ਸੋ ਓਕੇ ਸਟੂਡੈਂਟਸ, ਲਾਜ਼ ਆਫ ਐਕਸਪੋਨੈਂਟਸ ਜਾਂ ਘਾਤਾਂਕ ਨਿਯਮ ਆਪਾਂ ਦੇਖਾਂਗੇ ਹੁਣ। ਸਪੋਜ਼ ਕਰੋ ਕੋਈ ਵੀ ਸੰਖਿਆ ਹੈ a⁻n m ਔਰ into a⁻n ਇਕੁਅਲ ਟੂ a⁻m plus n। ਸਪੋਜ਼ ਹੁਣ ਆਪਾਂ ਸਪੋਜ਼ ਕਰੋ 2 ਹੈ, ਇਹਦੇ ਉੱਪਰ ਆਪਾਂ ਪਾਵਰ 3 into 2⁻4। ਸਪੋਜ਼ ਕਰੋ ਇਹ ਇਸ ਤਰ੍ਹਾਂ ਆਪਾਂ ਇਹਨੂੰ ਇਸ ਦੇ ਵਿੱਚ ਕਨਵਰਟ ਕਰ ਲਾਂਗੇ, ਤਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਸੋਲਵ ਕਰਾਂਗੇ 3 + 4 = 2⁻7। ਸੋ ਇਹ ਜਿਹੜੀ ਸੰਖਿਆ ਹੈ ਆਪਾਂ ਇਸ ਨੂੰ ਇਸ ਤਰੀਕੇ ਨਾਲ ਆਪਾਂ ਸੋਲਵ ਕਰਾਂਗੇ ਤਾਂ ਕਿ ਆਪਾਂ ਨੂੰ ਈਜ਼ੀ ਹੋ ਜਾਏਗਾ। ਇਹ ਫਾਰਮੂਲਾਜ਼ ਨੇ ਤੇ ਯੂਨੀਵਰਸਲ ਟਰੂਥ ਨੇ, ਇਹ ਲਾਜ਼ ਨੇ, ਇਹਨਾਂ ਦੇ ਅਕੋਰਡਿੰਗ ਹੀ ਜਿਹੜਾ ਨੰਬਰ ਸਿਸਟਮ ਚੈਪਟਰ ਹੈ ਉਹ ਚੱਲਦਾ ਹੈ। ਸੋ ਆਲਵੇਜ਼ ਕੀਪ ਇਨ ਮਾਈਂਡ, ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਟਾਈਮ ਤੇ ਜਿਹੜਾ ਤੁਹਾਨੂੰ ਠੀਕ ਲੱਗਦਾ ਇਹਨਾਂ ਨੂੰ ਸਕਰੀਨਸ਼ਾਟ ਲੈ ਸਕਦੇ ਹੋ, ਠੀਕ ਹੈ। ਓਕੇ, ਸੋ ਹੁਣ ਜੇ ਆਪਣੇ ਕੋਲ ਇਹ ਆ ਜਾਏ a⁻m ਹੋਲ ਸਕੁਅਰ n, ਸੋ ਇਹ ਆ ਗਿਆ। ਸਪੋਜ਼ ਕਰੋ a⁻m ਹੈ, ਸਪੋਜ਼ ਕਰ ਆਪਾਂ ਇਹਦੀ ਥਾਂ ਤੇ ਆਪਾਂ ਕੋਈ ਨੰਬਰਸ ਲੈ ਲੈਨੇ ਆ। ਸਪੋਜ਼ ਕਰ 2⁻3 ਔਰ ਹੋਲ ਪਾਵਰ 2।
ਤਾਂ ਇਹ ਜਿਹੜੀ ਸੰਖਿਆ ਹੈ ਆਪਾਂ ਇਸ ਨੂੰ ਇਦਾਂ ਲਿਖ ਸਕਦੇ ਹਾਂ 2 3 into 2 equal to 2 power 6। ਸੋ ਇਹ ਸੰਖਿਆ ਆਪਾਂ ਇਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਸੋ ਨੈਕਸਟ ਇਜ਼ a ਪਾਵਰ m ਔਰ by a ਦੀ ਪਾਵਰ m। ਸਪੋਜ਼ ਆਪਣੇ ਕੋਲ ਕੋਈ ਸੰਖਿਆ ਹੈ 2 ਪਾਵਰ 3 by 2 ਪਾਵਰ 2। तो ਇਹ ਆਪਾਂ ਨੂੰ ਸੇਮ ਫਾਰਮ ਦੇ ਵਿੱਚ ਲਿਖ ਰਹੇ ਇਹਨੂੰ a ਦੀ ਪਾਵਰ n ਤੇ a ਦੀ ਪਾਵਰ n। ਠੀਕ ਹੈ, a is equal to 2, ਇਹਦੀ m ਹੋ ਗਿਆ 3 ਤੇ n ਹੋ ਗਿਆ 2। ਸੋ ਇਹਦੇ ਵਿੱਚ ਇੱਕ ਇਹ ਹੈ m ਹੈ ਜਿਹੜਾ ਉੱਪਰ ਵਾਲੀ ਪਾਵਰ ਹੈ ਜਿਹੜੀ ਐਕਸਪੋਨੈਂਟ ਹੈ ਉਹ ਵੱਡਾ ਹੋਣਾ ਚਾਹੀਦਾ ਹੈ ਇਸ ਰੂਲ ਦੇ ਵਾਸਤੇ। ਸੋ ਆਪਾਂ ਨੇ ਇਹ ਲਿਖਿਆ ਹੋਇਆ, ਹੁਣ ਇਹਨੂੰ ਆਪਾਂ ਸ਼ੋਰਟ ਕਰ ਸਕਦੇ ਹਾਂ। ਸ਼ੋਰਟ ਆਊਟ 3 minus 2 equal to 2's power 1 equal to 2। ਸੋ ਇਹ ਆਪਣਾ ਆਨਸਰ ਆ ਗਿਆ। ਸੋ ਕਮਿੰਗ ਔਨ ਦਾ ਨੈਕਸਟ a ਪਾਵਰ m 20 ਪਾਵਰ m। ਮਤਲਬ ਥੱਲੇ ਜਿਹੜੇ ਹੈਗੇ ਨੇ ਬੇਸ ਸੇਮ ਨਾ ਹੋਣ, ਅਲੱਗ-ਅਲੱਗ ਹੋਣ, ਪਰ ਜਿਹੜੀ ਐਕਸਪੋਨੈਂਟ ਜਾਂ ਘਾਤਾਂ ਨੇ ਉਹ ਸੇਮ ਹੋਣ, ਤਾਂ ਆਪਾਂ ਦੋਵਾਂ ਨੂੰ ਇਹਨਾਂ ਨੂੰ ਇਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਸੋ ਨੈਕਸਟ a ਪਾਵਰ m by n। ਸੋ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਤੇ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਉਹ ਆਪਾਂ ਜਿਹੜਾ ਸਮ ਹੋਵੇਗਾ ਉਹਦੇ ਅਕੋਰਡਿੰਗ ਆਪਾਂ ਇਹਨਾਂ ਸਾਰੀ ਚੀਜ਼ਾਂ ਨੂੰ ਚੈੱਕ ਕਰਾਂਗੇ ਕਿ ਕਿਹੜਾ ਕਿਸ ਮਤਲਬ ਸਮ ਵਾਸਤੇ ਇਹ ਸਹੀ ਰਹੇਗਾ, ਇਹ ਸਹੀ ਰਹੇਗਾ ਜਾਂ ਇਹ ਸਹੀ ਰਹੇਗਾ। ਸੋ ਇਹ ਆਏਗੇ ਨੇ ਆਪਣੇ ਘਾਤਾਂ ਕਿਆ ਲਾਸ ਆਫ ਐਕਸਪੋਨੈਂਟਸ ਕਰ ਲਓ ਤੇ ਇਸ ਦੇ ਨਾਲ ਹੀ ਆਪਣਾ ਚੈਪਟਰ ਹੁੰਦਾ ਹੈ ਖਤਮ। ਸੋ ਸਟੂਡੈਂਟਸ ਇਹਦੇ ਤੋਂ ਬਾਅਦ ਆਪਾਂ ਜਿਹੜੀ ਨੈਕਸਟ ਕਲਾਸ ਹੋਵੇਗੀ ਉਹਦੇ ਵਿੱਚ ਆਪਾਂ ਇਸ ਦੇ MCQs ਕਰਾਂਗੇ ਜਿਸ ਟਾਈਪ ਦੇ ਇਸ ਚੈਪਟਰ ਦੇ ਵਿੱਚੋਂ ਕੁਐਸਚਨ ਆਉਂਦੇ ਨੇ। ਆਈ ਹੋਪ ਜੇ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਵੇ, ਲਾਈਵ ਆਂਦਾ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ। ਸੋ ਓਕੇ ਸਟੂਡੈਂਟਸ, ਥੈਂਕ ਯੂ ਤੇ ਇਸ ਦਰੋਣ ਅਕੈਡਮੀ ਚੈਨਲ ਦੇ ਨਾਲ ਜੁੜੇ ਰਹੋ। ਓਕੇ, ਥੈਂਕ ਯੂ।